ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰੂ ਮਹੱਲਾ ਨੌਵਾਂ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨ ਕਾਹੂ ਗਤ ਪਾਈ ਰਹਾਉ। पंचाली को राजसभा में, राम नाम सुध आई। ताको दुख हरियो करुणा में, अपनी पैज बढ़ाई। जे नर जस कृपा निध गायो, ताको पयो सहाई। कहो नानक मैं यही भरोसे, गही आन सरनाई। नौवें पातशाह गुरु तेग बहादुर महाराज सिख संगत ਨੂੰ ਸਮਝਾ ਰਹੇ ਆ ਭਾਈ, ਸੰਸਾਰ ਦੇ ਵਿੱਚ ਸਾਨੂੰ ਸੁੱਖ ਕਿੱਥੋਂ ਪ੍ਰਾਪਤ ਹੋਣਾ, ਸੁੱਖ ਕੀ ਹੈ, ਦੁੱਖ ਕੀ ਹੈ, ਉਹਦੇ ਬਾਰੇ ਤਾਂ ਭਾਈ ਬਾਣੀ ਗਿਆਨ ਕਰਾ ਰਹੀ ਹੈ। ਜੇ ਕੋਈ ਸੁਣੇ ਹੀ ਨਾ ਫਿਰ ਕਿਵੇਂ ਸਮਝ ਆਊਗੀ। ਸੁਣ ਕੇ ਵਿਚਾਰਨੀ ਹੈ ਭਾਈ। ਸਤਿਗੁਰਾਂ ਦੇ ਵਚਨ ਲਈਏ। ਸਾਰੰਗ ਮਹੱਲਾ ਪੰਜਵਾਂ। ਧਨਵੰਤ ਨਾਮ ਕੇ ਬਣ ਜਾ ਰਹੇ, ਸਾਂਝੀ ਕਰੋ ਨਾਮ ਧਨ ਖਾਟੋ, ਗੁਰ ਕਾ ਸ਼ਬਦ ਵਿਚਾਰੇ। ਸਤਿਗੁਰੂ ਸਮਝਾ ਰਹੇ ਨੇ ਭਾਈ, ਨਾਮ ਕਿਵੇਂ ਪ੍ਰਾਪਤ ਹੋਊਗਾ। ਇੱਕ ਪੰਕਤੀ ਤੋਂ ਸਮਝਾਇਆ ਨਹੀਂ ਜਾਂਦਾ ਭਾਈ। ਅਨੇਕਾਂ ਉਪਦੇਸ਼ ਨੇ, ਉਹਦੇ ਵਿੱਚੋਂ ਲੈਣੇ ਨੇ। ਫਿਰ ਕਿਤੇ ਮਨ ਟਿਕਦਾ ਵਾ, ਮਨ ਨੂੰ ਗਿਆਨ ਹੁੰਦਾ ਹੈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ ਭਾਈ। ਗਿਆਨ ਤੋਂ ਬਿਨਾਂ ਮਨ ਹੀ ਨਹੀਂ ਟਿਕਣਾ। ਉਹੀ ਸਤਿਗੁਰ ਸਮਝਾ ਰਹੇ ਨੇ ਵੀ ਜਿਹੜਾ ਨਾਮ ਹੈ, ਸਾਰਾ ਸੰਸਾਰ ਹੀ ਨਾਮ ਬਾਰੇ ਵਿਚਾਰ ਕਰਦਾ ਹੈ। ਲੱਗੇ ਹੋਏ ਨੇ ਆਪੋ ਆਪਦੀ ਮਤ ਨਾਲ। ਨਾਮ ਕੀ ਹੈ ਇਹ ਸਾਨੂੰ ਗੁਰਬਾਣੀ 'ਚੋਂ ਹੀ ਪਤਾ ਲੱਗਦਾ। ਸਤਿਗੁਰਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ ਭਾਈ, ਫਿਰ ਹੀ ਸਾਨੂੰ ਸਮਝ ਪੈਣੀ ਹੈ ਨਾਮ ਕੀ ਹੈ, ਨਾਮ ਤੱਕ ਅਸੀਂ ਕਿਵੇਂ ਪਹੁੰਚਣਾ। ਅੱਜ ਆਪਾਂ ਉਹੀ ਵਿਚਾਰ ਕਰਨ ਲੱਗੇ ਹਾਂ। ਸਤਿਗੁਰੂ ਸਮਝਾਉਂਦੇ ਨੇ, ਹਰ ਕੋ ਨਾਮ ਸਦਾ ਸੁਖਦਾਈ। ਸਦਾ ਸਦੀਵੀ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਇਹ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਉਹੀ ਸਤਿਗੁਰੂ ਸਮਝਾ ਰਹੇ ਨੇ ਸਾਰੰਗ ਮਹੱਲਾ ਪੰਜਵਾਂ। ਧਨਵੰਤ ਨਾਮ ਕੇ ਬਣ ਜਾ ਰਹੇ। ਉਹ ਧਨਵੰਤ ਨੇ ਭਾਈ। ਜਿਵੇਂ ਮਾਇਆ ਕਰਕੇ ਸੰਸਾਰ ਅਸੀਂ ਧਨ ਦੌਲਤ ਇਕੱਠੀ ਕਮਾ ਕੇ ਆਪਦੇ ਆਪ ਨੂੰ ਵੱਡਾ ਸਮਝਦੇ ਹਾਂ, ਇਹ ਨਾਮ ਦਾ ਬਣ ਜਾਏ ਭਾਈ। ਅੱਗੇ ਇਹੀ ਕੰਮ ਆਉਂਦਾ ਹੈ। ਜਿਹੜਾ ਸਾਡੇ ਕੋਲ ਸੰਸਾਰੀ ਧਨ ਹੈ, ਸਰੀਰ ਕਰਕੇ ਹੈ, ਸੰਸਾਰ 'ਚ ਰਹਿ ਜਾਂਦਾ ਹੈ। ਇਹ ਕਰਕੇ ਨਾਮ ਬਿਨ ਅੱਗੇ ਲਈਏ ਖੋ। ਨਾਮ ਤੋਂ ਬਿਨਾਂ ਇੱਥੇ ਹੀ ਖੋ ਲੈਂਦੇ ਆ ਸਾਰਾ ਕੁਛ, ਇੱਥੇ ਹੀ ਰਹਿ ਜਾਂਦਾ ਹੈ। ਅੱਗੇ ਜਾ ਕੇ ਇਹਦੀ ਫਿਰ ਪ੍ਰੀਖਿਆ ਹੁੰਦੀ ਹੈ। ਜੇ ਤਾਂ ਨਾਮ ਤਾਂ ਇਹਦੇ ਕੋਲ ਹੁੰਦਾ ਹੈ ਤਾਂ ਆਪਦੇ ਘਰ ਚੱਲਿਆ ਜਾਂਦਾ ਪਹਿਲਾਂ ਹੀ। ਇਹ ਸਾਰੀ ਜਿੰਨੀ ਵੀ ਇਹ ਭਗਤੀ ਕਰਨੀ ਹੈ, ਸਰੀਰ 'ਚ ਰਹਿੰਦਿਆਂ ਪਹਿਲਾਂ ਹੀ ਅਸੀਂ ਆਪਦੇ ਘਰ ਪਹੁੰਚਣਾ। ਜੇ ਨਾ ਪਹੁੰਚ ਹੋਇਆ ਫਿਰ ਤਾਂ ਜੰਮਣ ਮਰਨ ਨੂੰ ਫਿਰ ਚਲੇ ਜਾਊਗਾ। ਫਿਰ ਕਾਲ ਨੇ ਛੱਡਣਾ ਨਹੀਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਦਾ ਧਿਆਨ ਕੇਂਦਰ ਹੋ ਗਿਆ, ਜਿਨ੍ਹਾਂ ਨੂੰ ਹਰਨਾਮ ਮਿਲ ਗਿਆ, ਉਹ ਤਾਂ ਇੱਕ ਹੋ ਗਿਆ, ਆਪਦੇ ਘਰ ਚਲੇ ਗਏ। ਕਿਵੇਂ ਪ੍ਰਾਪਤ ਹੋਵੇ। ਸਾਂਝੀ ਕਰੋ ਨਾਮ ਧਨ ਖਾਟੋ, ਗੁਰ ਕਾ ਸ਼ਬਦ ਵਿਚਾਰੇ। ਗੁਰ ਸ਼ਬਦ ਦੇ ਵਿਚਾਰ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਸਾਡਾ ਸੰਸਾਰ 'ਚ ਆਉਣ ਕੀ ਕਾਰਨ ਹੈ, ਨਾਮ ਕਿਵੇਂ ਪ੍ਰਾਪਤ ਹੁੰਦਾ। ਜਿਵੇਂ ਜਿਵੇਂ ਫਿਰ ਗੁਰਸਿੱਖ ਸੰਗਤ ਕਮਾਈ ਕਰਦੀ ਹੈ ਗੁਰ ਸ਼ਬਦ ਦੀ, ਉਵੇਂ ਕੁਦਰਤ ਰਹਿਮਤ ਕਰਦੀ ਹੈ। ਪਰ ਪਹਿਲਾਂ ਅਸੀਂ ਸੰਸਾਰੀ ਜੀਵ ਹੁੰਦੇ ਹਾਂ, ਲੋਭੀ ਹਾਂ।
ਜਿੰਨੇ ਵੀ ਧਰਮ ਸਾਨੂੰ ਲੋਭ ਦਿੰਦੇ ਅਸੀਂ ਉਹਦੇ ਪਿੱਛੇ ਚੱਲ ਪੈਂਦੇ ਹਾਂ। ਇਸ ਕਰਕੇ ਗੁਰਸ਼ਬਦ ਤੋਂ ਵਾਂਝੇ ਰਹਿ ਜਾਂਦੇ ਹਾਂ। ਉਹ ਅੱਜ ਦੇਖ ਹੀ ਰਹੇ ਹਾਂ ਸੰਸਾਰ 'ਚ ਕੀ ਹੋ ਰਿਹਾ। ਸਾਰਾ ਸੰਸਾਰ ਹੀ ਭੈ ਭੀਤ ਹੈ। ਇਹ ਐਂ ਹੀ ਰਹਿੰਦਾ ਭਾਈ। ਭੈਵੇਂ ਰਚਿਓ ਸਭ ਸੰਸਾਰਾ, ਤਿਸ ਭਾਉ ਨਾ ਇਸ ਨਾਮ ਆਧਾਰਾ। ਜਿਹੜੇ ਨਾਮ ਦਾ ਆਸਰਾ ਲੈ ਲੈਂਦੇ ਨੇ। ਹੁਣ ਕਿਵੇਂ ਪਹੁੰਚੀਏ ਆਪਾਂ ਨਾਮ ਤੱਕ? ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਜਦ ਤੱਕ ਕਪਟ ਨਹੀਂ ਛੱਡਦਾ। ਕਪਟ ਕਿਵੇਂ ਛੱਡੇ? ਕ੍ਰੋਧ, ਲੋਭ, ਮੋਹ, ਵਿਕਾਰਾਂ ਨਾਲ ਗ੍ਰਸਤ ਹੈ ਜੀਵ। ਇਹਨਾਂ ਤੋਂ ਬਿਨਾਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ। ਸਤਿਗੁਰ ਸਮਝਾਉਂਦੇ ਨੇ ਪਾਪ ਪੁੰਨ ਦੋ ਭਾਈ, ਇਹ ਦੋਨੇ ਭਾਈ ਨੇ। ਦੋਹੂ ਮਿਲ ਸ੍ਰਿਸ਼ਟੋ ਭਾਈ, ਦੋਏ ਮਾਰ ਇਕਤ ਘਰ ਜਾਵੇ। ਇਹ ਜਿਹੜੀ ਸਾਡੇ ਅੰਦਰ ਵਿਚਾਰ ਚੱਲਦੀ ਹੈ, ਕਲਪਨਕ ਹੁਕਮ ਸਾਡਾ, ਜਦੋਂ ਇਹ ਸੰਸਾਰੀ ਇੱਛਾ ਸਾਡੀਆਂ ਮਰ ਜਾਂਦੀਆਂ ਨੇ, ਫਿਰ ਇੱਕ ਘਰ ਹੋ ਜਾਂਦੇ, ਇੱਕ ਹੋ ਜਾਂਦੇ ਨੇ। ਉਹਨੂੰ ਦੇਵਲੋਕ ਕਿਹਾ ਬਾਣੀ ਦੇ ਵਿੱਚ। ਉੱਥੋਂ ਫਿਰ ਸਾਡੀ ਜਿਹੜੀ ਹੈਗੀ ਆ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਨਾਮ ਕੀ ਹੈ? ਹੁਕਮ। ਨਾਮ ਤੱਕ ਬਹੁਤ ਵੱਡੀ ਸ਼ਕਤੀ ਹੈ। ਜਨਮ, ਗਿਆਨ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ, ਜਨ ਪਦਾਰਥ। ਇਹ ਚਾਰ ਪਦਾਰਥ ਨੇ ਭਾਈ। ਇਹ ਜੀਵ ਲੈਣ ਆਇਆ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੇ। ਗੁਰਬਾਣੀ ਦੇ ਵਿੱਚ ਸਾਨੂੰ ਇਹ ਉਪਦੇਸ਼ ਹੈ ਸਤਿਗੁਰਾਂ ਦਾ। ਜੇ ਕਿਸੇ ਨੂੰ ਚਾਹੀਦੇ ਭਾਈ, ਜੇ ਉਹਨੇ ਕਮਾਈ ਕਰਨੀ ਹੈ, ਸੰਸਾਰ 'ਚੋਂ ਖਹਿੜਾ ਛਡਾਉਣਾ, ਦੁੱਖਾਂ ਤੋਂ ਸਦਾ ਸੁੱਖ ਲੈਣਾ ਮਾਤਾ, ਫਿਰ ਇਹਨੂੰ ਗੁਰਸ਼ਬਦ ਦੀ ਕਮਾਈ ਕਰਨੀ ਪਊਗੀ, ਸੁਣਨੀ ਪਊਗੀ। ਸਾਧਨਾਂ ਦੀ ਬਾਣੀ ਹੈ ਭਾਈ, ਇਹਨੂੰ ਵਿਚਾਰਨਾ ਪਊਗਾ। ਕਿਵੇਂ ਸ਼ੁਰੂ ਹੁੰਦਾ ਹੈ ਗੁਰਸਿੱਖ ਦਾ ਜੀਵਨ? ਜਦੋਂ ਕੁਦਰਤ ਦੀ ਰਹਿਮਤ ਹੁੰਦੀ ਹੈ, ਇਹ ਗੁਰਸ਼ਬਦ ਨਾਲ ਜੁੜਦਾ ਵਾ, ਫਿਰ ਇਹਨੂੰ ਵਿਚਾਰਨ ਲੱਗਦਾ ਵਾ। ਉਹ 'ਚ ਇਹਨੂੰ ਗਿਆਨ ਪੈਦਾ ਹੁੰਦਾ। ਸੁਣਦਾ ਰਹਿੰਦਾ, ਵਿਚਾਰਦਾ ਰਹਿੰਦਾ। ਮਨ ਜਿਹੜਾ ਹੈਗਾ ਇੱਛਾ ਤੋਂ ਮੁਕਤ ਹੁੰਦਾ ਰਹਿੰਦਾ ਵਾ। ਇੱਕ ਦਿਨ ਐਸਾ ਆ ਜਾਂਦਾ ਹੈ, ਬੁੱਧੀ ਮਨ ਨੂੰ ਬੰਨ੍ਹ ਕੇ ਬਿਠਾ ਦਿੰਦੀ ਹੈ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੰਵਾਰੇ। ਅੱਗੇ ਆਪਾਂ ਆਊਗਾ, ਜਾ ਕੋ ਸਿਮਰ ਜਾ ਮਲ ਉਧਰਿਓ ਗਨਕਾ ਹੋਊਗਾ। ਤਾਂ ਭਾਈ ਇਹਦੀ ਵਿਚਾਰ ਆਪਾਂ ਅੱਗੇ ਲੈਂਦੇ ਹਾਂ। ਪਹਿਲਾਂ ਆਪਾਂ ਨਾਮ ਤੱਕ ਕਿਵੇਂ ਪਹੁੰਚਣਾ ਉਹਦੀ ਵਿਚਾਰ ਕਰੀਏ। ਉਹ ਗੁਰਸ਼ਬਦ 'ਚੋਂ ਗਿਆਨ ਪੈਦਾ ਹੁੰਦਾ ਭਾਈ। ਉਹ ਗਿਆਨ ਨਾਲ ਮਨ ਬੰਨਿਆ ਜਾਂਦਾ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹੇ। ਘੜਾ ਜਿਹੜਾ ਹੈਗਾ ਪਾਣੀ ਤੋਂ ਬਿਨਾਂ ਨਹੀਂ ਬਣਦਾ, ਪਾਣੀ ਘੜੇ ਤੋਂ ਬਿਨਾਂ ਨਹੀਂ ਠਹਿਰਦਾ। ਐ ਮਨ ਜਿਹੜਾ ਹੈਗਾ ਵਾ, ਹੁਣ ਇਹਨੂੰ ਬੰਨਣਾ ਭਾਈ। ਬਾਣੀ ਜਿਹੜੀ ਹੈਗੀ ਹੈ ਮਨ ਨੂੰ ਵਸ ਕਰਨ ਦੀ ਵਿਧੀ ਹੈ। ਜਦ ਤੱਕ ਮਨ ਨਹੀਂ ਟਿਕੂਗਾ, ਤੁਸੀਂ ਆਪਦੇ ਘਰ ਕਿਵੇਂ ਜਾਓਗੇ? ਕਾਲ ਨੇ ਨਹੀਂ ਛੱਡਣਾ। ਇਹੀ ਤਾਂ ਇੱਛਾ ਦਾ ਕਾਲ ਹੈ। ਸਤਿਗੁਰ ਸਮਝਾਉਂਦੇ ਨੇ, ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਸੱਚ ਤਨ ਵਣਜੋ, ਸੱਚ ਤਨ ਸੰਚੋ, ਕਬੂ ਨਾ ਵਿਹਾਰੇ। ਜੀਵ ਨੂੰ ਕਦੇ ਵੀ ਕਾਲ ਨਹੀਂ ਸੂਝ ਸਕਦਾ। ਉਹ ਨਿਰੰਕਾਰ ਦੇ ਦੇਸ਼ ਚਲਿਆ ਜਾਂਦਾ ਹੈ। ਨਿਰਾਕਾਰ ਦੁਨੀਆ ਦਾ ਇਹ ਗਿਆਨ ਹੈ ਭਾਈ। ਇਹ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ ਹੈਗਾ। ਸਤਿਗੁਰਾਂ ਦੀ ਰਹਿਮਤ ਲੈਣੀ ਹੈ ਆਪਾਂ। ਗੁਰਸ਼ਬਦ ਵਿਚਾਰ 'ਚ ਜਦੋਂ ਗਿਆਨ ਪੈਦਾ ਹੁੰਦਾ ਵਾ, ਤਾਂ ਸਾਡਾ ਮਨ ਟਿਕਣ ਲੱਗਦਾ ਵਾ। ਇਹਨੂੰ ਸੁਣਦੇ ਰਹਿਣਾ, ਵਿਚਾਰਦੇ ਰਹਿਣਾ। ਗੁਰੂ ਘਰਾਂ 'ਚ ਵੀ ਜਾਣਾ, ਤੇ ਇਹਨੂੰ ਵਿਚਾਰਨਾ ਹੀ ਹੈ, ਸੁਣਨਾ ਹੀ ਹੈ। ਸਾਡੀ ਮਨਬੁੱਧੀ ਸ਼ਬਦ ਦਾ ਅਰਥ ਸਮਝ ਲਵੇ, ਕਦੇ ਵੀ ਨਹੀਂ ਹੋ ਸਕਦਾ। ਸਾਡੀ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਇਹ ਤਾਂ ਵਿਵੇਕੀਆਂ ਦੀ ਬਾਣੀ ਹੈ। ਉਹੀ ਸਤਿਗੁਰ ਸਮਝਾ ਰਹੇ ਨੇ। ਗਿਆਨ ਤੋਂ ਬਾਅਦ ਫਿਰ ਮਨ ਟਿਕ ਜਾਂਦਾ, ਉਹਨੂੰ ਮੁਕਤੀ ਕਹਿੰਦੇ ਆ। ਜਦੋਂ ਇਹ ਦੋ ਪਦਾਰਥ ਨੂੰ ਮਿਲ ਜਾਂਦੇ ਆ, ਫਿਰ ਦੇਵਲੋਕ ਚਲੇ ਜਾਂਦੇ ਆ। ਉੱਥੇ ਬਹਿ ਕੇ ਭਾਈ ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹ ਦੇਵਲੋਕ ਹੈ। ਉੱਥੇ ਫਿਰ ਇਹ ਸੱਚ ਦਾ ਆਪਦੇ ਮੂਲ ਨਾਲ ਮਿਲ ਕੇ ਹਰ ਨਾਲ ਜਸ ਕਰਦੇ ਰਹਿੰਦੇ ਆ। ਜੋ ਵੀ ਗੁਰਸਿੱਖ ਸਿੱਖ ਕਮਾਈ ਕਰਦੇ ਨੇ ਗੁਰਸ਼ਬਦ ਦੀ, ਉੱਥੇ ਪਹੁੰਚ ਜਾਂਦੇ ਨੇ। ਜੇ ਆਪਾਂ ਕੀਰਤਨ ਸੋਹਲੇ ਦੀ ਵਿਚਾਰ ਕਰੀਏ ਸ਼ਬਦ ਦੀ, ਜੈ ਕਰ ਕੀਰਤਾ ਕੀਏ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰ। ਉੱਥੇ ਸਿਰਜਣਹਾਰ ਨੂੰ ਸਮਝਿਆ ਜਾਂਦਾ ਵਾ। ਸਿਰਜਣਹਾਰ ਅੱਗੇ ਦੀ ਗੱਲ ਹੈ। ਹੁਕਮ ਸਾਰੀ ਸਿਰਜਣਹਾਰ ਕੀ ਜਿਹਨੇ ਹੁਕਮ ਨੇ ਸਾਜੀ ਹੈ, ਉਹੀ ਤਾਂ ਨਾਮ ਹੈ। ਹੁਕਮ 'ਚ ਕਿਵੇਂ ਸਮਾਉਣਾ ਅਸੀਂ? ਜਦੋਂ ਦੇਵ ਲੋਕ ਬਹਿ ਕੇ ਭਗਤੀ ਕਰਦਾ ਵਾ, ਉਹਦਾ ਜਸ ਕਰਦਾ ਰਹਿੰਦਾ ਵਾ, ਉੱਥੇ ਹੀ ਇਹਨੂੰ ਹੁਕਮ ਜਿਹੜਾ ਹੈਗਾ ਤੁਰਕੀ ਬਾਣੀ ਉਹ ਸੁਣਦੀ ਹੈ ਭਾਈ। ਉਹਨੂੰ ਤਾਂ ਨਾਮ ਕਿਹਾ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਉਹਦੇ ਨਾਲ ਤਾਂ ਸੰਸਾਰ ਸਾਜਿਆ ਜਾਂਦਾ, ਉਹਦੇ ਨਾਲ ਸਮਾਪਤੀ ਹੁੰਦੀ ਹੈ। ਉਹ ਫਿਰ ਸੁਣਦਾ। ਆਪਾਂ ਜੇ ਸੁਖਮਨੀ ਸਾਹਿਬ ਦੇ ਬਚਨ ਲਈਏ ਸਤਿਗੁਰਾਂ ਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ।
ਉਹ ਤਾਂ ਅੰਦਰ ਹੈ ਭਾਈ। ਫਿਰ ਦੇਵਲੋਕ ਸੁੰਨ ਸਮਾਧ ਤੈ ਅਨਹਦ ਨਾਦ, ਜਦੋਂ ਮਨ ਸੁੰਨ ਹੋ ਜਾਂਦਾ ਭਗਤੀ ਕਰਦਾ ਕਰਦਾ ਮਨ ਬੁੱਧੀ, ਉਹ ਅਵਸਥਾ ਦੇ ਵਿੱਚ ਉਹ ਤੁਰਕੀ ਬਾਣੀ ਸੁਣਦੀ ਹੈ। ਉਹਨੂੰ ਕਿਹਾ ਹੈ ਬਿਨ ਕੰਨੀ ਸੁਣਨਾ। ਉਹ ਅਵਸਥਾ 'ਤੇ ਪਹੁੰਚਣਾ ਸੀ ਭਾਈ। ਸੁਨ ਸਮਾਧ ਤੈ ਅਨਹਦ ਨਾਦ, ਕਹੀ ਨਾ ਜਾਈ ਅਚਰਜ ਵਿਸ਼ਮਾਦ। ਉਹ ਵਿਸ਼ਮਾਦ ਅਵਸਥਾ ਹੁੰਦੀ ਹੈ, ਵਿਸ਼ਮਾਦ ਹੁੰਦਾ ਜਿਹਨੂੰ ਬਿਆਨ ਨਾ ਕਰ ਸਕੀ। ਉੱਥੇ ਉਹ ਤੁਰਕੀ ਬਾਣੀ ਸੁਣਦੀ ਹੈ, ਉਹਨੂੰ ਨਾਮ ਹੈ ਭਾਈ। ਜਦੋਂ ਫਿਰ ਅਸੀਂ ਉਹ ਜਸ ਕਰਦੇ ਰਹਿੰਦੇ ਹੋ, ਹਰ ਕਾ ਨਾਮ ਸਦਾ ਸੁਖਦਾਈ, ਉਹ ਨਾਮ ਦੀ ਖਾਤਰ, ਸਦਾ ਸੁੱਖ ਦੀ ਪ੍ਰਾਪਤੀ ਖਾਤਰ, ਸੱਚਖੰਡ ਖਾਤਰ, ਆਪਦੇ ਘਰ ਪਹੁੰਚਣ ਖਾਤਰ ਭਗਤੀ ਕਰਦਾ ਹੈ, ਫਿਰ ਦੇਵਲੋਕ ਤੋਂ ਗਾਂ ਇਹਦੀ ਐਂਟਰੀ ਹੁੰਦੀ ਹੈ ਭਾਈ। ਉਹ ਨਾਮ ਹੈ। ਅਸੀਂ ਤਾਂ ਹਾਲੇ ਆਪਦੇ ਮੂਲ 'ਚ ਹੀ ਨਹੀਂ ਸਮਾਏ ਹੈਗੇ, ਹਰ ਕੋਲੇ ਨਹੀਂ ਪਹੁੰਚੇ ਹੈਗੇ, ਦੇਵਲੋਕ ਹੀ ਨਹੀਂ ਪਹੁੰਚੇ। ਭਰਮ ਅਸੀਂ ਪਹਿਲਾਂ ਪੜ੍ਹ ਲਿਆ, ਭਗਤੀ ਕਰਦੇ ਹਾਂ। ਅਨੇਕਾਂ ਉਪਦੇਸ਼ ਦੇ ਕੇ ਗੁਰਬਾਣੀ ਨੇ ਸਾਨੂੰ ਸਮਝਾਇਆ ਭਾਈ। ਜਦ ਤੱਕ ਸਾਨੂੰ ਰਾਹ ਨਹੀਂ ਪਤਾ ਲੱਗਿਆ, ਅਸੀਂ ਸਮਝਾਉਣ ਲੱਗੇ ਅਸੀਂ ਗੁਨਾਹਗਾਰ ਹਾਂ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ। ਸੰਗਤ ਦਾ ਦੋਸ਼ ਨਹੀਂ ਹੈ, ਰਾਹ ਦੱਸਣ ਵਾਲੀ ਨੂੰ ਸਜ਼ਾ ਮਿਲੂਗੀ ਜਦੋਂ ਗਲਤ ਦੱਸਦਾ। ਜੇ ਆਪਾਂ ਭਗਤ ਕਬੀਰ ਜੀ ਦਾ ਸਲੋਕ ਲਈਏ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਹੈ ਕਬੀਰ, ਇੰਨਾ ਗਿਆਨ ਨਹੀਂ ਹੈਗਾ ਆਪਾਂ ਕਹਾਂ ਕਿਸੇ ਨੂੰ ਨੰਗਾ ਦਈਏ। ਹਲ ਤਾਂ ਰੋੜਾ ਹੀ ਹੈ, ਜੀਵ ਰੋੜਾ ਬਣ ਜਾਂਦਾ ਹੈ, ਆਉਣ ਵਾਲੀ ਸੰਗਤ ਨੂੰ ਵੀ ਡਿੱਕਾ ਲਾਉਂਦਾ। ਇਹੀ ਤਾਂ ਆਤਮਘਾਤੀ ਹੈ ਭਾਈ। ਇਹ ਮਨ ਦੀਆਂ ਅਵਸਥਾ ਨੇ ਭਾਈ, ਇਹ ਚਾਰ ਨੇ, ਚੌਥੇ 'ਚ ਪਹੁੰਚਣਾ ਵਾ। ਜੇ ਕੁਦਰਤ ਦੀ ਰਹਿਮਤ ਨਹੀਂ ਹੋ ਕਿਵੇਂ ਪਹੁੰਚੋਗੇ ਭਾਈ। ਜੇ ਆਪਾਂ ਜ਼ਿਆਦਾ ਵਿਸਤਾਰ ਨਾਲ ਲਵਾਂਗੇ ਤਾਂ ਅੱਗੇ ਆਪਣਾ ਸ਼ਬਦ ਰਹਿ ਜਾਣਾ। ਬਸ ਇੰਨਾ ਹੀ ਹੈ ਵੀ ਪਹਿਲਾਂ ਆਪਾਂ ਨੂੰ ਗਿਆਨ ਪਦਾਰਥ ਮਿਲਣਾ ਹੈ, ਫਿਰ ਮੁਕਤੀ ਤੋਂ ਪਾਪ ਮਨ ਚੁੱਪ ਕਰ ਜਾਂਦਾ। ਫਿਰ ਇਹ ਬਹਿ ਕੇ ਦੇਵਲੋਕ 'ਚ ਭਗਤੀ ਕਰਦੇ ਨੇ ਨਾਮ ਖਾਤਰ। ਨਾਮ ਉਹ ਹੁਕਮ ਹੈ। ਤੀਜੀ ਅਵਸਥਾ ਜਦੋਂ ਹੁਕਮ ਦੇ ਵਿੱਚ ਸਮਾ ਜਾਂਦਾ ਹੈ, ਗੁਰ ਸ਼ਬਦ ਸਮਾਵੈ, ਫਿਰ ਉਦੋਂ ਬਾਅਦ ਇਹਦਾ ਜਨਮ ਹੁੰਦਾ, ਫਿਰ ਆਪਦੇ ਘਰ ਚਲੇ ਜਾਂਦਾ। ਅੱਗੇ ਸਤਿਗੁਰ ਸਮਝਾਉਂਦੇ ਨੇ, ਜਾ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੋ ਗਤ ਪਾਈ। ਇਹਦੀਆਂ ਬਹੁਤ ਕਹਾਣੀਆਂ ਬਣ ਗਈਆਂ, ਸਾਖੀਆਂ ਬਣਾ। ਜਦੋਂ ਸਾਨੂੰ ਗੁਰਬਾਣੀ ਸ਼ਬਦ ਦਾ ਗਿਆਨ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ ਉਹਦੀ ਕਿਰਪਾ ਤੋਂ ਬਿਨਾਂ, ਫਿਰ ਸਾਖੀਆਂ ਬਣ ਜਾਂਦੀਆਂ ਨੇ। ਸਾਖੀਆਂ ਸਿੱਖਿਆ ਖਾਤਰ ਹੁੰਦੀਆਂ ਨੇ। ਉਹ ਸਾਖੀਆਂ ਨੂੰ ਵੀ ਸਹੀ ਨਹੀਂ ਅਸੀਂ ਵਿਚਾਰ ਸਕਦੇ ਜਦ ਤੱਕ ਅਸੀਂ ਉਹ ਸਤਿਗੁਰਾਂ ਦੇ ਚਰਨਾਂ 'ਚ ਨਹੀਂ ਪਹੁੰਚਦੇ। ਜਾ ਕੋ ਸਿਮਰ, ਸਿਮਰ ਹੁੰਦਾ ਹੈ ਸੋਝੀ। ਅਜਾਮਲ, ਅਜਾਮਲ ਗੁਰਮਤਿ ਵਿੱਚ, ਗੁਰਬਾਣੀ ਵਿੱਚ ਮਨ ਨੂੰ ਕਿਹਾ ਗਿਆ। ਅਜੈਮਲ, ਇਹ ਐਸਾ ਮਨ ਹੈ, ਇਹ ਢਹਿੰਦਾ ਨਹੀਂ ਹੈਗਾ। ਇੱਛਾ ਪੂਰਕ ਸਰਬ ਸੁਖ ਦਾਤਾ, ਸਾਰੇ ਜਿਹੜੇ ਹੈਗੀਆਂ ਇੱਛਾ, ਸਾਰੇ ਸੁੱਖਾਂ ਦੀ ਪ੍ਰਾਪਤੀ ਉਹਦੇ ਚਰਨਾਂ 'ਚ ਪਹੁੰਚ ਕੇ ਹੁੰਦੀ ਹੈ। ਇਹ ਮਨ ਐਸਾ ਵਾ, ਇਹ ਕਿਸੇ ਤੋਂ ਢਹਿੰਦਾ ਨਹੀਂ, ਕਿਸੇ ਦੀ ਨਹੀਂ ਮੰਨਦਾ। ਇਹ ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਸੰਤ ਕਾ ਦੋਖੀ ਮਰੇ ਨਾ ਜਵਾਈਏ। ਅੰਤਰਾਤਮਾ ਦਾ ਵਿਰੋਧ ਕਰਨ ਵਾਲਾ, ਹੁਕਮ ਦਾ ਵਿਰੋਧ ਕਰਨ ਵਾਲਾ, ਜਦੋਂ ਉਹਦੀ ਮ੍ਰਿਤੂ ਹੀ ਨਹੀਂ ਹੋਈ, ਜਨਮ ਕਿਵੇਂ ਹੋ ਜੂ ਭਾਈ। ਜਿਹੜਾ ਅਸੀਂ ਸਾਡਾ ਸਰੀਰ ਛੱਡਦੇ ਹਾਂ, ਸੰਸਾਰੀ ਜੀਵ, ਇਹਨੂੰ ਮਰਨਾ ਨਹੀਂ ਕਹਿੰਦੇ ਭਾਈ, ਇਹਦਾ ਕੱਪੜਾ ਬਦਲਦੇ ਹਾਂ। ਇਹ ਵੀ ਸਾਨੂੰ ਉਸੀ ਅਵਸਥਾ ਜਾ ਕੇ ਸਮਝ ਆਉਂਦੀ ਹੈ, ਨਾ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਤ ਆਪ ਹੀ ਕਰੇ। ਇਹ ਅਜਾਮਲ ਮਨ ਨੂੰ ਕਿਹਾ ਹੈ ਭਾਈ, ਇਹਦੀਆਂ ਸਾਖੀਆਂ ਬਣਾਤੀਆਂ। ਅਜਾਮਲ ਪਾਪੀ ਸਕ ਜਾਣੇ, ਪਾਪ ਕਰਦਾ ਹੈ ਭਾਈ, ਹੁਕਮ ਦਾ ਵਿਰੋਧ ਕਰਦਾ ਹੈ, ਪਾਪੀ ਨੇ ਤਾਂ ਕੀ ਹੈ ਫਿਰ। 84 ਲੱਖ ਜੌਨ ਪਾਈ, ਮਾਨਸ ਕੋ ਦੀ ਵੜਿਆਈ। ਸਤਿਗੁਰ ਜਾਗਤਾ ਹੈ ਦੇਵ, ਥੱਲੇ ਤੋਂ ਪੌੜੀਆਂ ਚੜ੍ਹਾ ਕੇ ਲਿਆਇਆ ਹੈ ਸਤਿਗੁਰ। ਇਹ ਸੁੱਤਾ ਹੈ, ਫਿਰ ਇੱਕ ਜੂਨੀ ਜਾ ਕੇ ਸੌਂ ਜਾਂਦਾ ਹੈ। ਪਾਪੀ ਨਹੀਂ ਤਾਂ ਹੋਰ ਕੀ ਹੈ, ਇੱਥੇ ਆ ਕੇ ਫਿਰ ਗੁਰੂ ਬਣ ਜਾਂਦਾ ਹੈ। ਪਰ ਜਦੋਂ ਕੁਦਰਤ ਦੀ ਰਹਿਮਤ ਹੁੰਦੀ ਹੈ, ਗੁਰ ਸ਼ਬਦ ਨਾਲ ਜੁੜਦਾ ਹੈ ਮਨ, ਫਿਰ ਇਹ ਟਹਿ ਜਾਂਦਾ। ਨਾਨਕ ਗਰੀਬ ਟਹਿ ਪਿਆ ਦੁਬਾਰੇ, ਫਿਰ ਇਹਨੂੰ ਨਵਾਜਦੀ ਹੈ ਕੁਦਰਤ, ਫਿਰ ਨਵਾਜਦੀ ਹੈ। ਉਹੀ ਬਖਸ਼ਿਸ਼ ਹੈ, ਉਹ ਅਮੁੱਲ ਬਖਸ਼ਿਸ਼ ਹੈ। ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਸਤਿ ਤਰੇ। ਅਜਾਮਲੇ ਮਨ ਦਾ ਉਧਾਰ ਹੁੰਦਾ ਵਾ। ਗਨਕਾ ਕੀ ਆ, ਹੁਣ ਗਨਕਾ ਦੇ ਬਾਰੇ ਵਿਚਾਰ ਕਰੀਏ। ਗਨਕਾ ਇਹ ਬੁੱਧੀ ਗੁਨਾਹ ਕਰਦੀ ਹੈ। ਇਹ ਦ੍ਰੋਪਦੀ ਦੀ ਕਹਾਣੀ, 5 ਪਾਂਡੂਆਂ ਦੀ ਜਿਹੜੀ ਜੋੜੀ ਹੈ, ਉਹਦੇ ਵਿੱਚ ਉਹਦੇ ਵਸਤਰ ਉਤਾਰੇ ਜਾਂਦੇ ਨੇ,
ਉਹ ਜਿਹੜੀ ਹੈਗੀ ਉਹ ਸੰਸਾਰੀ ਮਾਨਵ ਸੋਚਾਂ ਦੇ ਜਿਹੜੇ ਧਰਮ ਸੀਗੇ ਆਪੋ ਆਪਦੇ, ਜਿੰਨੀ ਕਿਸੇ ਨੂੰ ਬੁੱਧ ਵੱਲ ਹੋਈ ਓਨੇ ਕੋ ਨਹੀਂ ਪ੍ਰਚਾਰੇ। ਗੁਰਮਤਿ ਅਨੁਸਾਰ ਗਨਕਾ ਕੀ ਹੁੰਦੀ ਹੈ? ਗੁਨਾਹਕਾਰ। ਜਦ ਤੱਕ ਸਾਡੀ ਮਨ ਬੁੱਧੀ ਪ੍ਰਾਤਮਾ 'ਚ ਲੈ ਨਹੀਂ ਹੁੰਦੀ, ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਜਦ ਤੱਕ ਇਹ ਪਾਪੀ ਹੈ, ਗੁਨਾਹ ਕਰਦੀ ਹੈ ਬੁੱਧੀ। ਫਿਰ ਇਹਦੀਆਂ ਸਾਖੀਆਂ ਬਣ ਗਈਆਂ। ਉਹ ਜੀ ਵੇਸਿਆ ਸੀਗੀ, ਉਹ ਤਨ ਖੱਤਰ ਐਸਾ ਕੁਛ ਕਰਦੀ ਸੀ, ਐਸੀਆਂ ਘਟੀਆ ਗੱਲਾਂ ਵੀ ਕੀਤੀਆਂ ਗਈਆਂ। ਸਮਝ ਨਹੀਂ ਆਈ ਗਨਕਾ ਕਿਵੇਂ ਆ ਇਹ ਆਪਾਂ ਵਿਚਾਰੀਏ ਇਹਨੂੰ। ਇਹ ਪੰਜਾਂ ਵਿਕਾਰਾਂ ਨਾਲ ਰਹਿੰਦੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜੀ ਵਰਤਦੇ ਨੇ ਇਹਨੂੰ, ਪੰਜਾਂ ਨੇ ਇਹਦਾ ਸੰਗ ਹੈ। ਇਹ ਪੰਜਾਂ ਨੂੰ ਜਦੋਂ ਸੰਗ ਛੱਡ ਦਿੰਦੀ ਹੈ ਫਿਰ ਇਹ ਪਵਿੱਤਰ ਹੁੰਦੀ ਹੈ। ਇਹੀ ਤਾਂ ਸੀਤਾ ਵਾ, ਇਹੀ ਦ੍ਰੋਪਤੀ ਹੈ। ਹੁਣ ਦ੍ਰੋਪਤੀ ਹੈ, ਦਰੋਂ ਕੱਢੀ ਹੋਈ ਹੈ ਪਤੀ ਨੇ, ਭਟਕਦੀ ਫਿਰਦੀ ਹੈ। ਹੁਣ ਇਹਦੀ ਗਤੀ ਹੋਣੀ ਹੈ। ਜਦੋਂ ਇਹ ਪੰਜਾਂ ਨੂੰ ਛੱਡ ਦਿੰਦੀ ਹੈ ਫਿਰ ਆਪਦੇ ਮੂਲ ਅੰਦਰ ਜਾ ਕੇ ਸਮਾਉਂਦੀ ਹੈ। ਉਹੀ ਤਾਂ ਦੇਵ ਲੋਕ ਹੈ। ਉੱਥੇ ਜਾ ਕੇ ਤਾਂ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਗਨਕਾ ਹੂ ਗਤ ਪਾਈ। ਧਰਮ ਦੀ ਦੁਨੀਆ ਦੇ ਵਿੱਚ ਗਿਆਨ ਨਾਲ ਸਮਝਾਇਆ ਜਾਂਦਾ ਹੈ। ਧਰਮ ਦੁਨੀਆ ਕੀ ਹੁੰਦੀ ਹੈ? ਗਿਆਨ। ਗਿਆਨ ਤਾਂ ਜੀਵ ਨੂੰ ਹੁੰਦਾ ਨਹੀਂ। ਉਹ ਆਮ ਲੋਕਾਂ 'ਚ ਥੋੜ੍ਹਾ ਬਹੁਤ ਗਿਆਨ ਹੋਣ ਕਰਕੇ ਉਹਨੂੰ ਬਾਬਾ ਕਹਿਣ ਲੱਗ ਜਾਂਦੇ ਨੇ, ਵੱਡਾ ਕਹਿਣ ਲੱਗ ਜਾਂਦੇ, ਉਹਦਾ ਹੰਕਾਰ ਹੋਰ ਵੱਧ ਜਾਂਦਾ। ਧਰਮ ਤਾਂ ਭਾਈ ਬਹੁਤ ਦੂਰ ਦੀ ਗੱਲ ਹੈ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਝੂਠ ਦਾ ਵਿਚਾਰ ਹੈ, ਝੂਠ ਹੀ ਸਾਡਾ ਮਨ ਹੈ, ਝੂਠ ਹੀ ਇਹ ਸੰਸਾਰ ਹੈ। ਉਹਦੇ ਨੇ ਜੁੜ ਕੇ ਅਸੀਂ ਉਹਨੂੰ ਧਰਮ ਕਰਮ ਸਮਝੀ ਬੈਠੇ ਹਾਂ। ਤਾਂ ਭਾਈ ਸਾਰੇ ਸਰੀਰ ਕਰਕੇ ਨੇ। ਇਹ ਗਨਕਾ ਕੀ ਹੈ? ਬੁੱਧੀ। ਛੂਟਾ ਪੜਾਵਤ ਗਨਕਾ ਉਧਰੀ। ਛੂਟਾ ਮਨ, ਤੋਤਾ। ਜਦੋਂ ਇਹਨੂੰ ਗੁਰ ਸ਼ਬਦ ਦੀ ਵਿਚਾਰ ਹੁੰਦੀ ਹੈ, ਬੁੱਧੀ ਇਹਨੂੰ ਪੜ੍ਹਾਉਂਦੀ ਆਪ ਹੀ ਤਰ ਜਾਂਦੀ ਹੈ। ਮਨ ਚੁੱਪ ਕਰ ਜਾਂਦਾ ਹੈ, ਆਪਦੇ ਘਰ ਚਲੇ ਜਾਂਦੇ। ਫਿਰ ਇਹਨਾਂ ਦੀ ਅਗਨੀ ਪ੍ਰੀਖਿਆ ਹੁੰਦੀ ਹੈ, ਜਿਹੜੀ ਕਹਿੰਦੇ ਨੇ ਸੀਤਾ ਦੀ ਅਗਨੀ ਪ੍ਰੀਖਿਆ। ਇਹੀ ਅਗਨੀ ਪ੍ਰੀਖਿਆ ਭਾਈ ਜੀ। ਅਗਨੀ ਪ੍ਰੀਖਿਆ ਕੀ ਹੈ? ਬ੍ਰਹਮ ਗਿਆਨ ਨਾਲ ਇਹਦੀ ਜਿਹੜੀ ਮਾਇਆ, ਜਿਹੜੀਆਂ ਇੱਛਾ ਜਾਲੀਆਂ ਜਾਂਦੀਆਂ। ਜੇ ਹੁਣ ਇਹਦੀ ਅਗਨੀ ਪ੍ਰੀਖਿਆ ਨਾ ਹੋਈ ਤਾਂ ਫਿਰ ਇਹਨੂੰ ਜੰਮਣ ਮਰਨ ਨੂੰ ਜਾਣਾ ਪਊਗਾ। ਇਹ ਗਨਕਾ 'ਤੇ ਬਹੁਤ ਲੋਕਾਂ ਨੇ ਸਾਖੀਆਂ 'ਤੇ ਬਹੁਤ ਇਤਿਹਾਸ ਨਾਲ ਜੋੜ ਕੇ ਇਹਨੂੰ ਦੂਏ ਪਾਸੇ ਲੈ ਗਏ। ਇਹ ਧਰਮ ਦੀ ਦੁਨੀਆ ਦੀ ਗਾਲ ਹੈ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲਈਏ ਤਾਂ ਲੜਕਾ ਵੇਚੇ ਕੋਈ, ਕੋਹ ਲੜਕੀ ਵੇਚੇ, ਲੜਕਾ ਵੇਚੇ ਕੋਈ, ਸਾਂਝਾ ਕਰੇ ਕਬੀਰ ਸਿਉ, ਹਰ ਸਿਉ ਬਣਜ ਕਰੇ। ਇਹ ਤਾਂ ਹਰ ਦਾ ਵਪਾਰ ਹੈ ਭਾਈ, ਹਰ ਨਾਮ ਹੈ। ਇਹ ਧਨ ਇਕੱਠਾ ਕਰਨਾ ਵਾ। ਇਹ ਗੁਰਬਾਣੀ ਤੋਂ ਬਿਨਾਂ ਸਾਨੂੰ ਨਹੀਂ ਮਿਲਣਾ। ਸਤਿਗੁਰਾਂ ਭਗਤਾਂ ਦੇ ਦਸਾਏ ਰਾਹ 'ਤੇ ਸਾਨੂੰ ਚੱਲਣਾ ਪਊ, ਤਾਂਹੀਓ ਤਾਂ ਕਿਰਪਾ ਹੋਊਗੀ ਭਾਈ। ਜੇ ਉਹਨੂੰ ਕੁਝ ਸੁਣੇ ਹੀ ਨਾ, ਅਸੀਂ ਤਾਂ ਗੁਰੂ ਘਰ ਜਾ ਕੇ ਸੁਣਾਉਣ ਲੱਗ ਜਾਂਦੇ ਹਾਂ। ਸਤਿਗੁਰਾਂ ਨੂੰ ਹੁਕਮ ਕਰਦੇ ਹਾਂ, ਸਾਡਾ ਆਹ ਕਰ ਦੇ ਤੇਰਾ, ਅਸੀਂ ਖੰਡ ਪਾਠ ਕਰਾ ਦਾਂਗੇ, ਤੇਰਾ ਅਸੀਂ ਉਹ ਕਰਾ ਦਾਂਗੇ। ਅਸੀਂ ਤਾਂ ਗਤਿਆ ਕਰਾਉਣੀ ਆ ਭਾਈ, ਗਤਿਆ ਹੋਣੀ ਹੈ, ਇਹਦੀ ਗਤੀ ਹੋਣੀ ਹੈ। ਜੈ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਭਗਤੀ ਕਰਨੀ ਹੈ ਉਹਦੀ। ਭਗਤੀ ਕੀ ਹੈ? ਹੁਕਮ 'ਚ ਰਹਿਣਾ, ਜੋ ਦਿੱਤਾ ਉਹਨੇ ਠੀਕ ਹੈ। ਗੁਰ ਸ਼ਬਦ ਨੂੰ ਵਿਚਾਰਨਾ ਔਰ ਮਨ ਨੂੰ ਭਾਣੇ 'ਚ ਲਾਉਣਾ, ਇਹੀ ਤਾਂ ਭਗਤੀ ਹੈ। ਮਨ ਹੀ ਵਿਰੋਧ ਕਰ ਰਿਹਾ ਵਾ। ਕਿਉਂ ਵਰਨਾ ਮੈਂ ਜਪੇ ਕਹੂ ਨਾਮ। ਕੋਈ ਵੀ ਜਪ ਸਕਦਾ ਇਹਨੂੰ, ਕੋਈ ਵੀ ਸਮਝ ਸਕਦਾ। ਕਿਤੇ ਨਹੀਂ ਮਨਾ ਕੀਤਾ ਵੀ ਇਹ ਨਹੀਂ ਜਪ ਸਕਦਾ, ਉਹ ਨਹੀਂ ਜਪ ਸਕਦਾ, ਜਾਂ ਔਰਤ ਨਹੀਂ ਪੜ੍ਹ ਸਕਦੀ, ਜਾਂ ਕੋਈ ਸ਼ੂਦਰ ਜਾਤ ਨਹੀਂ ਪੜ੍ਹ ਸਕਦੀ। ਚੌਂ ਵਰਨਾ ਕੋ ਉਪਦੇਸ਼ ਹੈ। ਸਰਬ ਸਾਂਝੀ ਗੁਰਬਾਣੀ ਹੈ। ਜੋ ਜੋ ਜਪੇ ਤਿਸ ਕੀ ਗਤ ਹੋਏ। ਜਿਹੜਾ ਇਹਨੂੰ ਜਪੂਗਾ, ਸਮਝੂਗਾ, ਉਹਦੀ ਗਤੀ ਹੋ ਜੂ, ਕਾਲ ਤੋਂ ਵਾਜੂਗਾ। ਉਹ ਗਤੀ ਹੋਣ ਤੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਉਹਨੂੰ ਦੇਵਲੋਕ ਕਿਹਾ ਗਿਆ। ਅਜਾਮਲ ਦੀਆਂ ਕਹਾਣੀਆਂ ਬਣ ਗਈਆਂ, ਗਨਕਾ ਦੀਆਂ ਕਹਾਣੀਆਂ ਬਣਾਤੀਆਂ। ਗੁਰਮਤਿ ਅਨੁਸਾਰ ਜਿਹੜੀ ਹੈਗੀ ਗਨਕਾ ਕੌਣ ਹੈ? ਅਪਰਾਧ ਕਰਦੀ ਹੈ ਬੁੱਧੀ। ਜਦ ਤੱਕ ਅਸੀਂ ਵਿਕਾਰਾਂ ਨਾਲ ਜੁੜ ਕੇ ਧਰਮ ਕਰਮ ਕਰਦੇ ਹਾਂ, ਮਾਇਆ ਇਕੱਠੀ ਕਰਦੇ ਹਾਂ, ਉਹ ਵੇਸਿਆ ਵਰਗਾ ਹੀ ਸਾਡਾ ਸੁਭਾਅ ਆ। ਗਾਲ ਹੈ ਇਹ ਧਰਮ ਦੇ ਨਾਂ 'ਤੇ। ਧਰਮ ਦੀ ਦੁਨੀਆ ਦੇ ਵਿੱਚ ਅਸੀਂ ਕਮਾਈ ਕਰਦੇ ਹਾਂ, ਬਸ ਉਹ ਗਾਲ ਹੀ ਹੈ ਕਹੀ। ਇਹ ਧਰਮ ਦੀ ਦੁਨੀਆ ਦੀ ਗਾਲ ਹੈ। ਆਪਾਂ ਜਿਵੇਂ ਪਹਿਲਾਂ ਭਗਤ ਕਬੀਰ ਜੀ ਦਾ ਸਲੋਕ ਵਿਚਾਰਿਆ, ਲੜਕੀ ਵੇਚੇ, ਕੋਈ ਅਗਲਾ ਕਹਿੰਦਾ ਕੁੜੀਆਂ ਵੇਚਦੇ ਨੇ। ਇੱਥੇ ਵੀ ਉਹੀ ਗੱਲ ਹੈ। ਜਦੋਂ ਇਹ ਪੰਜਾਂ ਤੋਂ ਮੁਕਤ ਹੋ ਜਾਂਦੀ ਹੈ, ਪੰਜ ਦੂਤ ਉਦਵਸ ਕੀਤੇ ਕਾਲ ਕੰਟਕ ਮਾਰਿਆ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਸਮਝਾਉਂਦੇ ਨੇ ਆਨੰਦ ਸਾਹਿਬ 'ਚ, ਜਦੋਂ ਇਹ ਪੰਚਾਂ ਤੋਂ ਦਾ ਖਹਿੜਾ ਸੁੱਟਦਾ ਫਿਰ ਇਹ ਪਵਿੱਤਰ ਹੁੰਦੀ ਹੈ। ਪਨੀਤ ਨਹੀਂ ਹੋਈ ਹਲੇ, ਪਵਿੱਤਰ ਹੋਈ ਹੈ, ਦੇਵਲੋਕ ਪਹੁੰਚ ਗਈ, ਆਪਦੇ ਮੂਲ 'ਚ ਸਮਾ ਗਈ, ਇਹਦੀ ਗਤੀ ਹੋ ਗਈ। ਉੱਥੋਂ ਫਿਰ ਭਗਤੀ ਸ਼ੁਰੂ ਹੁੰਦੀ ਹੈ। ਬਾਣੀ ਉੱਥੇ ਵੇਖ ਕੇ ਤਾਂ ਉਚਾਰੀ ਹੋਈ ਹੈ ਭਾਈ। ਇਹ ਜਦ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਬਾਣੀ ਸਾਨੂੰ ਕਿਵੇਂ ਸਮਝ ਆ ਜੂ?
पंचाली को राज सभा में राम नाम सुधाई। ਉਹ द्रौपदी ਦੀ ਕਹਾਣੀ ਹੈ ਭਾਈ, ਉਹਨੂੰ ਲਿਆ ਕੇ ਉਹਦੇ ਵਸਤਰ ਉਤਾਰਦੇ ਨੇ। ਇਹ ਮਨ ਹੈ ਪੰਚਾਲੀ, ਜਦੋਂ ਰਾਜ ਸਭਾ 'ਚ ਪਹੁੰਚਦਾ ਇਹ ਨਾਮ ਰਾਮ ਨਾਮ ਦਾ ਇਹਨੂੰ ਗਿਆਨ ਆਉਂਦਾ ਹੈ। ਇਹ ਰਾਮ ਨਾਮ ਦੀ ਕਥਾ ਹੈ। ਰਾਮ ਸਿਮਰ ਮੂਹਰੇ ਪਛਤਾਏਗਾ। ਉਹੀ ਤਾਂ ਸਤਿਗੁਰ ਸਮਝਾ ਰਹੇ ਨੇ। ਸਤਿਗੁਰ ਸਮਝਾ ਰਹੇ ਨੇ। ਤੀਜੀ ਪਾਤਸ਼ਾਹੀ ਆਪਾਂ ਲਈਏ। ਤ੍ਰਿਸ਼ਨਾ ਦਾਦੀ ਜਲ ਮੂੰਹੀ ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੇ ਫਿਰ ਜਲੇ ਨਾ ਦੂਜੀ ਵਾਰ। ਸਤਿਗੁਰ ਸਮਝਾ ਰਹੇ ਨੇ ਜੇ ਸੱਚ ਦਾ ਗਿਆਨ ਮਿਲ ਜੇ ਵੀ ਜਿਹੜੀ ਸਾਡੇ ਅੰਦਰ ਤ੍ਰਿਸ਼ਨਾ ਉੱਠਦੀ ਹੈ, ਤ੍ਰਿਸ਼ਨਾ ਕੀ ਧੂੰਆਂ ਦੀਂਦਾ ਹੈ ਨਹੀਂ ਗਾ, ਜਿਵੇਂ ਲੱਕੜੀ ਧੁੱਖਦੀ ਹੈ। ਸੱਚ ਦੇ ਗਿਆਨ ਤੋਂ ਸਾਨੂੰ ਪਤਾ ਲੱਗਦਾ ਵਾ। ਸਤਿਗੁਰ ਸੀਤਲ ਸੱਚ ਦਾ ਗਿਆਨ ਜੇ ਮਿਲੇ ਫਿਰ ਜਲੇ ਨਾ ਦੂਜੀ ਵਾਰ। ਫਿਰ ਇਹਨੂੰ ਦੂਈ ਜੂਨੀ 'ਚ ਨਹੀਂ ਪਾਉਣਾ ਪੈਂਦਾ, ਇਹਦਾ ਛੁਟਕਾਰਾ ਹੋ ਜਾਂਦਾ। ਦੁੱਖ ਪਰ ਸੋ ਘਰ ਲੈ ਜਾਏ, ਦੁੱਖ ਸਾਗਰ 'ਚੋਂ ਕੱਢ ਕੇ ਜਿਹੜੀ ਹੈਗੀ ਆਤਮਾ ਸੁੱਖ ਸਾਗਰ 'ਚ ਪ੍ਰਵੇਸ਼ ਕਰ ਜਾਂਦੀ। ਉੱਥੇ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਖਾਤਰ। ਅਸੀਂ ਨਾਮ ਨੂੰ ਤਾਂ ਉਹੀ ਸਮਝਿਆ ਹੋਇਆ। ਭਗਤ ਕਬੀਰ ਦਾ ਸਲੋਕ ਲਈਏ, ਲੋਗੋ ਰਾਮ ਖਿਲਾਉਣਾ ਜਾਣਾ, ਬਾਤਨ ਹੀ ਸਮਾਨ ਕਰਾਵੇ। ਐਸੇ ਲੋਗਨ ਸੀ ਕਿ ਬਹੁਤ ਉਪਦੇਸ਼ ਨੇ ਭਗਤਾਂ ਜੀ ਦੇ, ਗੁਰੂਆਂ ਦੇ ਬਹੁਤ ਉਪਦੇਸ਼ ਨੇ, ਪਰ ਅਸੀਂ ਇਹ ਸੁਣਾਂਗੇ ਫੇਰ ਹੀ ਸਾਨੂੰ ਸਮਝ ਆਊਗੀ। ਇਹ ਸੁਣਨ ਦੀ ਵਿਧੀ ਹੈ ਭਾਈ, ਸੁਣ ਕੇ ਵਿਚਾਰ ਨਹੀਂ ਹੈ। ਇਹ ਕਿਰਪਾ 'ਤੇ ਖੜੀ ਹੈ, ਕੁਦਰਤੀ ਰਹਿਮਤ ਹੋਣੀ ਹੈ ਜੀਵ ਦੀ। ਹੁਣ 84 ਲੱਖ ਦਾ ਗੇੜਾ ਲਾ ਕੇ ਆਇਆ, ਉਹਨਾਂ ਨੇ ਉਹਦੇ ਘਰ ਪਹੁੰਚਣਾ ਵਾ। ਡਿੱਕਾ ਕਾਹਦਾ ਪੈ ਗਿਆ ਇਹਨੂੰ? ਮਾਇਆ ਨੇ ਫਸਾ ਲਿਆ, ਲੈ ਛੁੜਕੀ ਲੱਗੀ। ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਸੰਸਾਰੀ ਰਿਸ਼ਤੇ ਬਣ ਗਏ ਸਾਡੇ। ਆਨੰਦ ਸਾਹਿਬ 'ਚ ਵੀ ਸਮਝਾਇਆ ਸਤਿਗੁਰਾਂ ਨੇ, ਮਾਇਆ ਅਗਨ ਇੱਕੋ ਜੀ ਕਰਤੇ ਖੇਲ ਰਚਾਇਆ। ਹੁਣ ਕਿੱਥੇ ਬੈਠਾ ਇਹ ਅਗਨ ਦੇ ਰਾਤੇ ਬੈਠਾ ਵਾ, ਉੱਥੇ ਭਾਲਦਾ ਵਾ ਸੁੱਖ ਕਿਵੇਂ ਮਿਲ ਜੂਗਾ ਭਾਈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਅਗਨ ਦੀ ਸਵਾਰੀ ਕਰ ਰਿਹਾ, ਅਗਨ ਦੇ ਰਥ ਦੀ। ਹੁਣ ਇਹਦੇ ਅੰਦਰ ਕੀ ਹੈ? ਅੱਗ, ਕਲਪਨਾ, ਤ੍ਰਿਸ਼ਨਾ। ਇਹਨੂੰ ਧਰਮ ਦੀ ਦੁਨੀਆ ਵਿੱਚ ਅੱਗ ਕਿਹਾ ਜਾਂਦਾ ਹੈ। ਇਹੀ ਸਾਡੀ ਬੁੱਧੀ ਸਾੜ ਦਿੰਦੀ ਹੈ। ਬੁੱਧੀ ਕਮਾਈ ਕਰਕੇ ਲਿਆਇਆ ਸੀਗਾ, ਬੁੱਧੀ ਖੋ ਕੇ ਚਲਿਆ ਜਾਊਗਾ। ਗੁਣਾ ਗਵਾਈ ਗਠੜੀ ਔਗਣ ਚੱਲੀ ਬਨ। ਆਈ ਸੀ ਬੁੱਧੀ, ਨਿਰਬਲ ਬੁੱਧੀ ਹੁੰਦੀ ਹੈ ਜਦੋਂ ਬੱਚਾ ਜਨਮ ਲੈਂਦਾ ਭਾਈ, ਕੋਈ ਵੀ ਹੋਵੇ। ਜੇ ਉਹਨੂੰ ਬਚਪਨ 'ਚ ਸੱਚ ਦਾ ਗਿਆਨ ਮਿਲ ਜਾਵੇ ਤੇ ਔਗਣ ਪੈਦਾ ਹੀ ਨਹੀਂ ਹੁੰਦੇ ਹੈਗੇ। ਇਹੀ ਤਾਂ ਕਿਰਪਾ ਲੈਣੀ ਆ ਭਾਈ। ਜਦੋਂ ਆਪਦੇ ਘਰ ਪਹੁੰਚਦਾ ਫਿਰ ਇਹਨੂੰ ਅਕਲ ਆਉਂਦੀ ਹੈ। ਰਾਮ ਨਾਮ ਦਾ ਗਿਆਨ ਹੈ ਬਾਣੀ ਭਾਈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਇਹਨੂੰ ਸੁਣਨਗੇ ਉਹ ਅਮਰ ਹੋ ਜਾਣਗੇ। ਪਹਿਲਾਂ ਉਹਨਾਂ ਦਾ ਸੰਸਾਰ 'ਚ ਛੁਟਕਾਰਾ ਹੋਊਗਾ, ਉਦੋਂ ਅੱਗੇ ਫਿਰ ਇਹ ਭਗਤੀ ਸ਼ੁਰੂ ਹੁੰਦੀ ਹੈ। ਜੇ ਅਸੀਂ ਨਹੀਂ ਇਹ ਕਰਦੇ, ਸਤਿਗੁਰਾਂ ਦੇ ਬਚਨ ਦੀ ਕਮਾਈ ਨਹੀਂ ਕਰਦੇ, ਨਹੀਂ ਸੁਣਦੇ, ਫਿਰ ਕੀ ਹੁੰਦਾ? ਫਿਰ ਅਸੀਂ ਸੰਸਾਰੀ ਧਰਮ ਕਰਮ ਜਿਹੜੇ ਕਰਦੇ ਹਾਂ ਉਹ ਤਾਂ ਸਰੀਰ ਭੇਖੇ ਨੇ ਭਾਈ। ਉੱਥੇ ਤਾਂ ਚਿੰਤਾ ਬਣੀ ਰਹਿੰਦੀ ਹੈ। ਤੀਜੀ ਪਾਤਸ਼ਾਹ ਦੇ ਸਲੋਕ ਲਈਏ, ਭੇਖੀ ਅਗਰ ਨਾ ਬੁੱਝੀ ਚਿੰਤਾ ਹੈ ਮਨ ਮਾਏ। ਜਿੰਨੇ ਵੀ ਅਸੀਂ ਧਰਮ ਕਰਮ ਕਰਦੇ ਹਾਂ ਸਰੀਰ ਕਰਕੇ, ਚਿੰਤਾ ਨਹੀਂ ਜਾਂਦੀ ਸਾਡੀ। ਬਾਣੀ ਚਿੰਤਾ ਮੁਕਤ ਹੈ ਭਾਈ। ਚਿੰਤਾ ਤੋਂ ਮੁਕਤ ਹੋਏ ਤੋਂ ਬਿਨਾਂ ਤੁਸੀਂ ਕਿਵੇਂ ਸਮਝੋਗੇ ਬਾਣੀ ਨੂੰ, ਕਿਵੇਂ ਜਸ ਕਰੋਗੇ? ਪਰ ਅਸੀਂ ਪਹਿਲਾਂ ਹੀ ਕਰਨ ਲੱਗ ਜਾਂਦੇ ਹਾਂ। ਉਹੀ ਤਾਂ ਸਜ਼ਾ ਮਿਲਦੀ ਹੈ ਭਾਈ ਸਾਨੂੰ। ਦੇਖਦੇ ਹਾਂ ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ, ਹਰ ਬਿਸਰਤ ਸਦਾ ਖੁਆਰੀ। ਅਨੇਕਾਂ ਹੀ ਉਪਦੇਸ਼ ਨੇ ਭਾਈ। ਸਤਿਗੁਰ ਕੀ ਸਮਝਾਉਂਦੇ ਨੇ? ਭੇਖੀ ਅਗਰ ਨਾ ਬੁੱਝੀ ਚਿੰਤਾ ਹੈ ਮਨ ਮਾਹੇ, ਬਰਮੀ ਮਾਰੀ ਸਾਪ ਨਾ ਮਰੇ। ਤੇ ਉਹ ਨਗੂਰੇ ਕਰਮ ਕੋਏ। ਗਿਆਨ ਨਗੂਰੇ ਹੁੰਦੇ ਨੇ ਗਿਆਨ ਤੋਂ ਬਿਨਾਂ। ਅਸੀਂ ਦੇਖਿਆ ਵਾ ਕਈ ਜਗ੍ਹਾ ਪ੍ਰਚਾਰ ਕਰਦੇ ਨੇ ਜਿਹੜੇ ਕਹਿੰਦੇ ਵੀ ਧਰਮ ਕਰਮ 'ਚ ਨਹੀਂ ਆਉਂਦੇ, ਨਗੂਰੇ ਨੇ। ਨਹੀਂ, ਨਗੂਰੇ ਉਹ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੋਇਆ। ਸਾਕਤ ਹਰ ਰਸ ਸਾਧ ਨਾ ਜਾਣਾ। ਜਿਹਨੂੰ ਹਰੀ ਦਾ ਗਿਆਨ ਦਾ ਰਸ ਨਹੀਂ ਆਇਆ, ਉਹਦੇ ਘਰ ਨਹੀਂ ਪਹੁੰਚੇ, ਹਰ ਦਰਸ਼ਨ ਨਹੀਂ ਹੋਇਆ, ਉਹ ਨਗੂਰੇ ਨੇ। ਉਹਨੂੰ ਸਾਕਤ ਕਹਿੰਦੀ ਹੈ ਬਾਣੀ। ਨਗੂਰੇ ਕਰਮ ਪਵਾਏ। ਗਿਆਨ ਤੋਂ ਬਿਨਾਂ ਜਿੰਨੇ ਵੀ ਕਰਮ ਕਰਦੇ ਹਾਂ ਸਾਨੂੰ ਜਮ ਦੰਡ ਮਿਲਦਾ ਹੈ ਭਾਈ। ਸਤਿਗੁਰ ਦਾਤਾ ਸੇਵੀਏ ਸ਼ਬਦ ਬਸੇ ਮਨ ਮਾਏ। ਇਹ ਸੱਚ ਦਾ ਗਿਆਨ ਹੈ ਭਾਈ। ਇਹਨੂੰ ਸੱਤ ਕਰਕੇ ਮੰਨਣਾ, ਇੱਥੇ ਭਰੋਸਾ ਕਰਨਾ, ਫਿਰ ਉਹਦੀ ਰਹਿਮਤ ਹੁੰਦੀ ਹੈ। ਅੱਗੇ ਸਤਿਗੁਰ ਸਮਝਾਉਂਦੇ ਨੇ, ਜੈ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕੋ ਪਇਓ ਸੁਹਾਈ। ਤਾਂ ਕੋ ਦੁੱਖ ਹਰਿਓ ਕਰੁਣਾਮੈ, ਆਪਣੀ ਪੈਜ ਵਡਾਈ। ਸਤਿਗੁਰ ਸਮਝਾਉਂਦੇ ਨੇ ਜਿਹੜੇ ਹਰ ਨਾਮ ਦਾ, ਗੁਰਸ਼ਬਦ ਦਾ, ਗੁਰਬਾਣੀ ਦਾ ਓਟ ਆਸਰਾ ਲੈਂਦੇ ਆ, ਉਹਨਾਂ 'ਤੇ ਕਿਰਪਾ ਕਰਦਾ ਹੈ। ਕਰੁਣਾ ਸਾਗਰ ਹੈ ਭਾਈ ਉਹ।
ਫਿਰ ਇਹ ਸੰਸਾਰ 'ਚ ਉਹਦਾ ਛੁਟਕਾਰਾ ਹੁੰਦਾ ਵਾ। ਇਹ ਜੀਵ ਆਤਮਾ ਬਖਸ਼ ਲਈ ਜਾਂਦੀ ਹੈ। ਇਹਨੂੰ ਇਹ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਦੇ ਵਿੱਚ ਪ੍ਰਵੇਸ਼ ਦਿੱਤਾ ਜਾਂਦਾ ਹੈ। ਉਦੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਅੱਗੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਸੁੱਚੇ ਇਹ ਨਾ ਆਖੀਏ ਜੋ ਬਹਿਨ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਸ ਮਨ ਵਸਿਆ ਸੀ। ਉਹ ਮਨ ਦੇ ਵਿੱਚ ਵਸਦਾ ਹੈ ਹਰ ਦਾ ਗਿਆਨ, ਫਿਰ ਇਹ ਸੁੱਚਾ ਹੁੰਦਾ ਵਾ। ਪਹਿਲਾਂ ਸਰੀਰ ਕਰਕੇ ਹੋ ਜਾਂਦਾ ਹੈ, ਵਸਤਰ ਪਹਿਨ ਕੇ ਸੁੱਚਾ ਹੁੰਦਾ, ਅੱਗੇ ਨਹੀਂ ਚੜ੍ਹਦਾ ਭਾਈ। ਇਹ ਸੰਸਾਰ ਦੇ ਵਿੱਚ ਹੀ ਸੀਮਿਤ ਹੈ। ਸੰਸਾਰੀ ਲੋਕ ਤਾਂ ਮੰਨ ਲੈਣਗੇ ਇਹਨੂੰ ਵੀ ਬੜਾ ਸਿਆਣਾ ਵਾ, ਬੜਾ ਗਿਆਨੀ ਧਿਆਨੀ, ਪਰ ਗੁਰਬਾਣੀ ਨਹੀਂ ਨਾ ਮੰਨਦੀ। ਅੰਤਰਮਲ ਮਾਇਆ ਬਾਹਰ ਭੇਖ ਕਾਹੂ ਨਾ ਪੀਣ, ਅੰਤਰਮਲ ਮਾਇਆ ਅਨੇਕਾਂ ਉਪਦੇਸ਼ ਨੇ। ਬਾਹਰ ਗਿਆਨੀ ਧਿਆਨੀ ਆਗੇ ਠਾਕਰ ਤਿਲ ਨਾ ਮਾਨੀ। ਜੇ ਕੋਈ ਜਾਣੇ ਗਿਆਨੀ ਧਿਆਨੀ ਆਗੇ ਠਾਕਰ ਤਿਲ ਨਾ ਮਾਨੀ। ਜੇ ਆਪੇ ਬਣਿਆ ਬੈਠਾ ਤਾਂ ਬਣਿਆ ਰਹੇ। ਮਾਰੇ ਸਤਿਗੁਰ ਕਹਿੰਦੇ ਅੱਗੇ ਤਾਂ ਇਹਦੀ ਨਹੀਂ ਮੰਨੀ ਜਾਂਦੀ। ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ, ਨਾ ਉੱਚੀ ਜਾਤੀ ਨਾ ਇਹ ਸਰੀਰ, ਉਹ ਤਾਂ ਇਕੱਲਿਆਂ ਨੂੰ ਹੀ ਜਾਣਾ ਪੈਣਾ। ਸੱਜਣ ਦਾਵਣ ਲੱਗਿਆ ਕੋਈ ਨਾ ਦੇਈ ਵਨ, ਕਿਸੇ ਨੇ ਨਹੀਂ ਪੱਲਾ ਫੜਾਉਣਾ, ਆਪ ਹੀ ਫੜਨਾ ਪੈਣਾ। ਇਸ ਕਰਕੇ ਜਿੰਨੀ ਵੀ ਅਸੀਂ ਧਰਮ ਕਰਮ ਕਰਦੇ ਹਾਂ, ਹਟ ਜੋ ਕਰਦੇ ਆਏ ਹਾਂ, ਕਰਦੇ ਰਹਿਣਗੇ, ਉਹ ਸਾਰੇ ਸਰੀਰ ਕਰਕੇ ਆਓ ਭਾਈ। ਇਹਨੂੰ ਗੁਰਬਾਣੀ ਨੂੰ ਵਿਚਾਰੀਏ, ਸਤਿਗੁਰਾਂ ਦੀ ਰਹਿਮਤ ਲਈਏ। ਉਹ ਦਾਤਾ ਸਾਡੇ 'ਤੇ ਰਹਿਮਤ ਕਰੇ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਅੱਗੇ ਸਤਿਗੁਰ ਸਮਝਾਉਂਦੇ ਨੇ, ਜੇ ਨਰ ਜਸ ਕਿਰਪਾ ਨਿਧ ਗਾਇਓ ਤਾਂ ਕੋ ਪਇਓ ਸਹਾਈ। ਕਿਹਨੂੰ ਸਹਾਈ ਹੁੰਦਾ ਹੈ ਭਾਈ? ਕਿਤੇ ਕਿਰਪਾ ਹੁੰਦੀ ਹੈ। ਇਹ ਨਰ ਕੋਈ ਵੀ, ਇਹ ਜਸ ਹੈ ਬਾਣੀ ਭਾਈ। ਹਰ ਜਸ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਇਹ ਜਸ ਹੈ ਭਾਈ। ਪਹਿਲਾਂ ਇਹਨੂੰ ਸਮਝਣਾ ਵਾ, ਆਪਦੇ ਘਰ ਪਹੁੰਚਣਾ, ਫਿਰ ਇਹ ਜਸ ਕਰਨਾ ਵਾ। ਇਹ ਜਸ ਕਰਦਿਆਂ ਕਰਦਿਆਂ ਫਿਰ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ। ਜੇ ਨਰ ਜਸ ਕਿਰਪਾ ਨਿਧ ਗਾਇਓ, ਉਹ ਕਿਰਪਾ ਸਾਗਰ ਦਾ ਜਿਹਨੇ, ਉਹ ਕਰੁਣਾ ਸਾਗਰ ਦਾ ਜਿਹਨੇ, ਉਹ ਦਿਆਲੂ ਦਾ ਜਿਹਨੇ ਜਸ ਗਾਇਆ, ਇਹ ਉਹਨੂੰ ਸਹਾਈ ਹੁੰਦਾ, ਉਹਦੀ ਕਿਰਪਾ ਹੁੰਦੀ ਹੈ। ਉਹੀ ਸਤਿਗੁਰ ਅੱਗੇ ਸਮਝਾ ਰਹੇ ਨੇ, ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਆਣ ਸਰਾਈ। ਆਓ ਭਾਈ ਸਾਰੇ ਮਿਲ ਕੇ, ਸਿੱਖ ਸੰਗਤ ਕੋਈ ਵੀ ਜੋ ਇਹਨੂੰ ਵਿਚਾਰਦਾ ਵਾ, ਸੁਣਦਾ ਵਾ ਅਤੇ ਭਰੋਸਾ ਕਰਦਾ, ਆਓ ਸਾਰੇ ਮਿਲ ਕੇ ਉਹ ਕੁਦਰਤ ਦੀ ਰਹਿਮਤ ਲਈਏ। ਸਾਨੂੰ ਵੀ ਇਹ ਸਹਾਈ ਹੋਵੇ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।